ਕਾਰਨ ਉਫਾਨ ਤੇ ਨਦੀਆਂ ਨਾਲੇ ਹਿਮਾਚਲ ਦੇ ਵਿੱਚ ਕਈ ਥਾਈਂ ਆਇਆ ਸੈਲਾਬ। ਚੰਬਾ ਦੇ ਵਿੱਚ ਫਟਿਆ ਬੱਦਲ ਤਾਂ ਕੁੱਲੂ ਦੇ ਕਈ ਪਿੰਡਾਂ ਦੇ ਵਿੱਚ ਨੁਕਸਾਨ। ਜੰਮੂ ਦੇ ਰਾਮਬਨ ਇਲਾਕੇ 'ਚ ਫਟਿਆ ਬੱਦਲ, 2 ਲੋਕਾਂ ਦੀ ਮੌਤ ਦਾ ਖਦਸ਼ਾ, ਕਈ ਗੱਡੀਆਂ ਰੁੜੀਆਂ। ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਵੀ ਠੱਪ। ਮੋਹਾਲੀ ਪੁਲਿਸ ਨੇ ਸੰਪਤ ਨਹਿਰਾ ਗੈਂਗ ਦੇ 5 ਗੁਰਗੇ ਕੀਤੇ ਗ੍ਰਿਫਤਾਰ। ਵੱਡੀ ਮਾਤਰਾ 'ਚ ਹਥਿਆਰ ਬਰਾਮਦ। ਲੁੱਟ ਖੋਹ ਅਤੇ ਰੰਗਦਾਰੀ ਮੰਗਣ ਦੇ ਕਈ ਮਾਮਲਿਆਂ 'ਚ ਸਨ ਸ਼ਾਮਿਲ। ਸਿੱਧੂ ਮੂਸੇਵਾਲਾ ਕਤਲकांड 'ਚ ਹੁਣ ਗੈਂਗਸਟਰ ਜਤਿੰਦਰਪਾਲ ਸ਼ੇਰਗਿੱਲ ਤੋਂ ਵੀ ਪੁੱਛਗਿੱਛ। ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਲੁਧਿਆਣਾ ਪੁਲਿਸ। ਜਤਿੰਦਰਪਾਲ ਤੇ ਹਥਿਆਰਾਂ ਦੀ ਸਪਲਾਈ ਕਰਨ ਦਾ ਸ਼ੱਕ। ਬੰਬੀਹਾ ਗਰੁੱਪ ਦੇ ਗੈਂਗਸਟਰ ਹਰਪ੍ਰੀਤ ਭੁੱਲਰ ਨੂੰ ਲੈ ਕੇ ਵੱਡਾ ਖੁਲਾਸਾ। ਸੂਤਰਾਂ ਮੁਤਾਬਿਕ 2 ਮਹੀਨੇ ਤੋਂ ਜ਼ੀਰਕਪੁਰ ਦੇ ਵਿੱਚ ਰਹਿ ਰਿਹਾ ਸੀ ਭੁੱਲਰ। 2 ਸਾਥੀਆਂ ਦੇ ਨਾਲ ਲਈ ਹੋਈ ਸੀ ਪਨਾਹ। ਥੋੜੀ ਦੇਰ 'ਚ ਸ਼ੁਰੂ ਹੋਵੇਗੀ ਅਕਾਲੀ ਦਲ ਦੀ ਅਹਿਮ ਮੀਟਿੰਗ। ਪਾਰਟੀ ਦੇ ਸਾਰੇ ਸੀਨੀਅਰ ਆਗੂ ਹੋਣਗੇ ਸ਼ਾਮਿਲ। ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ तमाम ਮਸਲਿਆਂ ਤੇ ਹੋਵੇਗੀ ਚਰਚਾ। ਅੰਬਾਲਾ ਪ੍ਰਸ਼ਾਸਨ ਦੇ ਵੱਲੋਂ ਗੁਰਦੁਆਰਿਆਂ ਤੇ ਤਿਰੰਗਾ ਲਗਾਉਣ ਦੀਆਂ ਹਦਾਇਤਾਂ ਦਾ ਐਜੀਪੀਸੀ ਨੇ ਜਤਾਇਆ ਕਰੜਾ ਵਿਰੋਧ। ਸ਼੍ਰੋਮਣੀ ਕਮੇਟੀ ਪ੍ਰਧਾਨ ਬੋਲੇ, ਗੁਰਦੁਆਰਿਆਂ ਦੇ ਵਿੱਚ ਸਿਰਫ ਨਿਸ਼ਾਨ ਸਾਹਿਬ ਝੁਲ ਸਕਦਾ ਹੈ। ਪ੍ਰਸ਼ਾਸਨ ਨੇ ਕੀਤੀ ਗੁਰਮਰਿਆਦਾ ਦੀ ਤੋਹੀਨ। ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਲਗਾਈ ਝਾੜ। ਕਿਹਾ ਕੋਰਟ ਦੀ ਥਾਂ ਸਾਰੇ ਨਿਊਜ਼ਪੇਪਰਾਂ ਨੂੰ ਪਹਿਲਾਂ ਮਿਲਿਆ ਹਲਫਨਾਮਾ। ਮੁਫਤ ਸਕੀਮਾਂ ਦੇ ਵਾਅਦਿਆਂ ਤੇ ਹੁਣ 17 ਤਰੀਕ ਨੂੰ ਸੁਣਵਾਈ। ਕੋਰਟ ਨੇ ਸਾਰੀਆਂ ਧਿਰਾਂ ਤੋਂ ਮੰਗੇ ਸੁਝਾਅ। ਜਗਦੀਪ ਧਨਖੜ ਬਣੇ ਦੇਸ਼ ਦੇ 14ਵੇਂ ਉਪ ਰਾਸ਼ਟਰਪਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੁਕਵਾਈ ਸਹੁੰ। ਸਮਾਗਮ ਤੋਂ ਟੀਐਮਸੀ ਨੇ ਬਣਾਈ ਦੂਰੀ। ਦਿੱਲੀ 'ਚ ਫਿਰ ਪਰਤਿਆ ਮਾਸਕ ਨਾ ਲਗਾਉਣ ਤੇ 500 ਰੁਪਏ ਦਾ ਜੁਰਮਾਨਾ। ਹਾਲ ਹੀ ਦੇ ਵਿੱਚ ਦਿੱਲੀ 'ਚ ਵਧੇ ਨੇ ਕਰੋਨਾ ਕੇਸ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪ੍ਰਵਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਤਬਾਹੀ ਦੇ ਮੰਜ਼ਰ ਦੀ। ਹਰ ਪਾਸੇ ਤਬਾਹੀ ਦਾ ਮੰਜ਼ਰ ਹੈ ਤੇ ਅਜਿਹੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ। ਭਾਰੀ ਬਾਰਿਸ਼ ਦੇ ਕਾਰਨ ਪਹਾੜਾਂ ਦੇ ਵਿੱਚ ਤਬਾਹੀ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਜੰਮੂ ਕਸ਼ਮੀਰ ਦੇ ਵਿੱਚ ਬੱਦਲ ਫਟਿਆ। ਰਾਮਬਨ ਦੇ ਵਿੱਚ ਬੱਦਲ ਫਟਣ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਵੀ ਜਿਸ ਤੋਂ ਬਾਅਦ ਬੰਦ ਹੋ ਗਿਆ। ਸੈਲਾਬ ਦੇ ਵਿੱਚ ਕਈ ਗੱਡੀਆਂ ਤੱਕ ਵੀ ਰੁੜ ਗਈਆਂ ਨੇ। ਚਾਹੇ ਜੰਮੂ ਦੀ ਗੱਲ ਕੀਤੀ ਜਾਵੇ, ਚਾਹੇ ਹਿਮਾਚਲ ਦੀ ਗੱਲ ਕੀਤੀ ਜਾਵੇ, ਵੱਖ-ਵੱਖ ਜਗ੍ਹਾਵਾਂ ਤੇ ਅਜਿਹੇ ਹਾਲਾਤ ਨੇ। ਲਗਾਤਾਰ ਬਾਰਿਸ਼ ਪੈ ਰਹੀ ਹੈ ਤੇ ਲਗਾਤਾਰ ਮੀਂਹ ਪੈਣ ਦੇ ਕਾਰਨ ਪਹਾੜਾਂ ਦੇ ਵਿੱਚ ਤਬਾਹੀ ਦਾ ਮੰਜ਼ਰ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ। ਜੰਮੂ ਕਸ਼ਮੀਰ ਦੇ ਵਿੱਚ ਬੱਦਲ ਫਟਿਆ। ਰਾਮਬਨ ਦੇ ਵਿੱਚ ਬੱਦਲ ਫਟਣ ਦੇ ਕਾਰਨ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਵੀ ਉਸ ਤੋਂ ਬਾਅਦ ਬਿਲਕੁਲ ਠੱਪ ਹੋ ਚੁੱਕਾ ਹੈ। ਸੈਲਾਬ ਦੇ ਵਿੱਚ ਕਈ ਗੱਡੀਆਂ ਤੱਕ ਵੀ ਰੁੜ ਗਈਆਂ ਨੇ। ਲਗਾਤਾਰ ਜਿਵੇਂ ਬਾਰਿਸ਼ ਹੋ ਰਹੀ ਹੈ ਤੇ ਖਾਸ ਤੌਰ ਤੇ ਜੇਕਰ ਪਹਾੜੀ ਇਲਾਕਿਆਂ ਦਾ ਜ਼ਿਕਰ ਕੀਤਾ ਜਾਵੇ, ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਅਜਿਹੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ। ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਜੰਮੂ ਕਸ਼ਮੀਰ ਦੀਆਂ। ਬੱਦਲ ਫਟਣ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਬਣੇ ਨੇ, ਤਬਾਹੀ ਦਾ ਮੰਜ਼ਰ ਕੈਮਰੇ ਦੇ ਵਿੱਚ ਕਿਵੇਂ ਕੈਦ ਹੋਇਆ ਹੈ। ਤਸਵੀਰਾਂ ਇਹ ਦੱਸਣ ਦੇ ਲਈ ਕਾਫੀ ਨੇ। ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਕਿਵੇਂ ਉੱਪਰੋਂ ਪਹਾੜਾਂ ਤੋਂ ਹੇਠਾਂ ਨੂੰ ਪਾਣੀ ਲਗਾਤਾਰ ਤੇਜ਼ ਵਹਾਅ ਦੇ ਵਿੱਚ ਵਗਦਾ ਹੋਇਆ ਨਜ਼ਰ ਆ ਰਿਹਾ ਹੈ। ਰਾਮਬਨ ਦੇ ਵਿੱਚ ਦਰਅਸਲ ਇਹ ਬੱਦਲ ਫਟਿਆ ਤੇ ਬੱਦਲ ਫਟਣ ਦੇ ਕਾਰਨ 2 ਲੋਕਾਂ ਦੀ ਮੌਤ ਵੀ ਹੋਈ ਹੈ। ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਇਸ ਤੋਂ ਬਾਅਦ ਬੰਦ ਕਰ ਦਿੱਤਾ ਗਿਆ। ਸੈਲਾਬ ਦੇ ਵਿੱਚ ਕਈ ਗੱਡੀਆਂ ਤੱਕ ਵੀ ਰੁੜ ਗਈਆਂ ਨੇ। ਜਦੋਂ ਸੈਲਾਬ ਆਇਆ ਬੱਦਲ ਫਟਣ ਤੋਂ ਬਾਅਦ ਤੇ ਸੈਲਾਬ ਦੇ ਲਪੇਟ ਦੇ ਵਿੱਚ ਕਈ ਗੱਡੀਆਂ ਤੱਕ ਆ ਗਈਆਂ। ਪਾਣੀ ਤੇਜ਼ ਵਹਾਅ ਦੇ ਵਿੱਚ ਗੱਡੀਆਂ ਵੀ ਆਪਣੇ ਨਾਲ ਹੀ ਰੋੜ ਕੇ ਲੈ ਗਿਆ। ਜੰਮੂ ਕਸ਼ਮੀਰ ਦੀਆਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ। ਬੱਦਲ ਫਟਣ ਤੋਂ ਬਾਅਦ ਦਰਅਸਲ ਇਹ ਹਾਲਾਤ ਬਣੇ ਨੇ। ਕਈ ਤਰ੍ਹਾਂ ਜਾਨੀ ਮਾਲੀ ਨੁਕਸਾਨ ਵੀ ਹੋਇਆ ਇਸ ਦੇ ਕਾਰਨ। ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਇਸ ਤੋਂ ਬਾਅਦ ਬੰਦ ਹੋ ਗਿਆ। ਸੋ ਜੰਮੂ ਸ਼੍ਰੀਨਗਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਵੇਂ ਲਗਾਤਾਰ ਤੇਜ਼ ਮੀਂਹ ਪੈ ਰਿਹਾ ਤੇ ਮੀਂਹ ਪੈਣ ਤੋਂ ਬਾਅਦ ਹੀ ਲਗਾਤਾਰ ਜਿਵੇਂ ਹਾਲਾਤ ਬਣੇ ਹੋਏ ਨੇ। ਜੰਮੂ ਕਸ਼ਮੀਰ ਦੇ ਰਾਮਬਨ ਦੇ ਵਿੱਚ ਬੱਦਲ ਫਟਿਆ। ਬੱਦਲ ਫਟਣ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਨੇ, ਮੰਜ਼ਰ ਤਬਾਹੀ ਦਾ ਕਿਸ ਤਰ੍ਹਾਂ ਦਾ ਹੈ, ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ। ਜਿਸ ਤੋਂ ਬਾਅਦ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਵੀ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ, ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ। ਜਿਹੜੇ ਰਾਹਗੀਰ ਨੇ, ਜਿਹੜੇ ਆਉਣ ਵਾਲੇ ਮੁਸਾਫਰ ਨੇ, ਲੋਕ ਨੇ, ਉਹਨਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਇਸ ਦੌਰਾਨ ਸਾਹਮਣਾ ਕਰਨਾ ਪੈ ਰਿਹਾ ਹੈ। ਸੈਲਾਬ ਦੇ ਵਿੱਚ ਕਈ ਗੱਡੀਆਂ ਤੱਕ ਰੁੜ ਗਈਆਂ ਨੇ, ਕਈ ਗੱਡੀਆਂ ਵੀ ਸੈਲਾਬ ਦੀ ਲਪੇਟ ਦੇ ਵਿੱਚ ਆਈਆਂ ਨੇ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਤਜਿੰਦਰ ਸੋਢੀ ਜੁੜੇ ਹੋਏ ਨੇ। ਤਜਿੰਦਰ, ਤਾਜ਼ਾ ਅਪਡੇਟ ਕੀ ਹੈ, ਵਿਸਥਾਰ ਦੇ ਨਾਲ ਸਮਝਣਾ ਚਾਹਾਂਗੇ ਕਿ ਜਿਹੜੇ ਬੱਦਲ ਫਟਿਆ, ਬੱਦਲ ਫਟਣ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਤੱਕ, ਕਿਸ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ, ਪੁਸ਼ਟੀ ਹੋਈ ਹੈ?
ਦੇਖੋ ਜੀ, ਇਸ ਵਕਤ ਜਿਹੜੀ ਜਾਣਕਾਰੀ ਆ ਰਹੀ ਹੈ ਉਹਦੇ ਵਿੱਚ ਇਹ ਹੈ ਕਿ 2 ਲੋਕਾਂ ਦੀ ਮੌਤ ਦੀ ਪੁਸ਼ਟੀ ਰਾਮਬਨ ਐਡਮਿਨਿਸਟ੍ਰੇਸ਼ਨ ਨੇ ਕੀਤੀ ਹੋਈ ਹੈ। 2 ਲੋਕ ਬੱਦਲ ਫਟਣ ਨਾਲ ਜਿਹੜਾ ਮੀਂਹ ਆਇਆ, ਹੜ੍ਹ ਆਈ ਚਨਾਬ ਦਰਿਆ ਵਿੱਚ, ਉਹਦੇ ਵਿੱਚ ਇਹ 2 ਲੋਕ ਉਹਦੇ ਵਿੱਚ ਬਹਿ ਗਏ ਸੀ। ਉਹਦੇ ਵਿੱਚ ਇਹਨਾਂ ਦੋਹਾਂ ਦੀ ਬੋਡੀਜ਼ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਥਾਰਟੀਜ਼ ਕਹਿ ਰਹੀ ਹੈ ਕਿ ਉਹਨਾਂ ਨੂੰ ਪੂਰੀ ਆਸ਼ੰਕਾ ਹੈ ਕਿ ਇਹ 2 ਲੋਕ ਆਪਣੀ ਜਾਨ ਗਵਾ ਚੁੱਕੇ ਨੇ। ਹਾਲਾਂਕਿ ਇਸ ਵਕਤ ਜਿਹੜਾ ਮੀਂਹ ਹੈ ਰੁਕਿਆ ਹੋਇਆ ਹੈ, ਲੇਕਿਨ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਅਗਲੇ ਕੁਝ ਸਮੇਂ ਵਿੱਚ ਜੰਮੂ ਕਸ਼ਮੀਰ ਵਿੱਚ, ਸਪੈਸ਼ਲੀ ਜੰਮੂ ਦੇ ਰੀਜਨ ਵਿੱਚ ਕਾਫੀ ਤੇਜ਼ ਬਾਰਿਸ਼ ਹੋਏਗੀ। ਜੰਮੂ ਅਗਰ ਸੰਭਾਗ ਦੀ ਗੱਲ ਕੀਤੀ ਜਾਏ, ਕਈ ਜਗ੍ਹਾ ਜੰਮੂ ਵਿੱਚ ਵੀ ਛੋਟੇ ਛੋਟੇ ਬੱਦਲ ਫਟਣ ਦੀ ਇਨਫੋਰਮੇਸ਼ਨ ਜਿਹੜੀ ਹੈ ਖਬਰ ਆ ਰਹੀ ਹੈ। ਹਾਲਾਂਕਿ ਉਹਨਾਂ ਜਗ੍ਹਾ ਤੇ ਜਾਨੀ ਨੁਕਸਾਨ ਤੇ ਨਹੀਂ ਹੈ, ਲੇਕਿਨ ਕਾਫੀ ਮਾਲੀ ਨੁਕਸਾਨ ਦੀ ਖਬਰ ਆ ਰਹੀ ਹੈ। ਕਈ ਜਗ੍ਹਾ ਤੋਂ ਸੜਕ ਪੂਰੀ ਜਿਹੜੀ ਹੈ ਉਹ ਬਹਿ ਗਈ ਹੈ। ਕਈ ਜਗ੍ਹਾ 'ਚ ਕਈ ਜਿਹੜੇ ਗੱਡੀਆਂ ਹੈਗੀਆਂ, 2 ਵੀਲਰ ਹੈਗੇ, ਉਹ ਵੀ ਬਹਿ ਗਏ ਨੇ। ਕਈ ਜਗ੍ਹਾ ਪੇੜ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ। ਅਗਰ ਤੁਸੀਂ ਦੇਖੋ ਤੇ ਜੰਮੂ ਸ੍ਰੀਨਗਰ ਰਾਸ਼ਟਰੀ ਰਾਜਮਾਰਗ ਜਿਹੜਾ ਹੈ, ਉੱਥੇ ਵੀ ਕਈ ਜਗ੍ਹਾ ਤੇ ਪੱਸੀ ਆਉਣ ਦੇ ਕਰਕੇ ਜਿਹੜਾ ਹਾਈਵੇ ਹੈ ਉਹ ਬੰਦ ਹੋ ਗਿਆ ਹੈ। ਕਈ ਗੱਡੀਆਂ ਜਿਹੜੀਆਂ ਹੈਗੀਆਂ ਉਹ ਫਸੀ ਹੋਈਆਂ ਤੇ ਰਾਹਗੀਰਾਂ ਨੂੰ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਸਿੰਦਰ, ਇਹ ਘਟਨਾ ਪੂਰੀ ਕਦੋਂ ਦੀ ਹੈ, ਕਦੋਂ ਇਹ ਬੱਦਲ ਫਟਿਆ? ਦੇਖੋ, ਇਹ ਜਿਹੜੀ ਘਟਨਾ ਹੈ ਅੱਜ ਦੁਪਹਿਰ ਦੀ ਹੈਗੀ। ਸਵੇਰੇ ਤੋਂ ਲੈ ਕੇ ਕਾਫੀ ਦੇਰ ਤੱਕ ਜੰਮੂ ਰੀਜਨ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ, ਕਾਫੀ ਤੇਜ਼ ਮੀਂਹ ਪੈ ਰਿਹਾ ਤੇ ਜਿਹੜਾ ਬੱਦਲ ਫਟਿਆ ਕੋਈ 10 10:30 ਦੇ ਕਰੀਬ ਜਿਹੜਾ ਹੈ ਬੱਦਲ ਫਟਣ ਦੀ ਖਬਰ ਆਈ ਹੈ ਰਾਮਬਨ ਵਿੱਚੋਂ, ਜਿਹਦੇ ਕਰਕੇ ਜਿਹੜਾ ਚਨਾਬ ਦਰਿਆ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਵਿੱਚ ਕਿ ਚਨਾਬ ਦਰਿਆ ਕਾਫੀ ਉਫਾਨ ਨਾਲ ਬਹਿ ਰਿਹਾ ਹੈ। ਉਹਦੇ ਵਿੱਚ 2 ਰਾਹਗੀਰ ਜਿਹੜੇ ਉੱਥੇ ਲੋਕ ਖੜੇ ਸੀਗੇ ਉਹ ਬਹਿ ਗਏ। ਹਾਲਾਂਕਿ ਅਥਾਰਟੀਜ਼ ਨੇ ਲੋਕਾਂ ਨੂੰ ਕਿਹਾ ਹੋਇਆ ਕਿ ਤੁਸੀਂ ਆਪਣੇ ਘਰੋਂ ਬਾਹਰ ਨਾ ਨਿਕਲੋ ਫਿਲਹਾਲ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਹੈ ਹੋਰ ਹੋਣ ਦੀ ਉਮੀਦ ਹੈ, ਕਿਉਂਕਿ ਪੂਰੇ ਜੰਮੂ ਕਸ਼ਮੀਰ ਨੂੰ ਇਸ ਵਕਤ ਅਲਰਟ ਤੇ ਰੱਖਿਆ ਹੋਇਆ ਹੈ। ਜਿਹੜੇ ਲੈਂਡ ਸਲਾਈਡ ਪ੍ਰੋਨ ਏਰੀਆਜ਼ ਹੈਗੇ ਉੱਥੇ ਲੋਕਾਂ ਨੂੰ ਐਡਵਾਈਜ਼ਰੀ ਦਿੱਤੀ ਗਈ ਹੈ ਕਿ ਤੁਸੀਂ ਆਪਣੇ ਘਰੋਂ ਬਾਹਰ ਨਾ ਨਿਕਲੋ, ਪਹਾੜਾਂ ਦੇ ਕੋਲ ਜਿੱਥੇ ਲੈਂਡ ਸਲਾਈਡ ਆਉਂਦਾ ਉੱਥੇ ਨਾ ਜਾਓ। ਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਆਪਣੇ ਨਾਲ ਜਿਹੜੇ ਦਰਿਆ ਬਹਿੰਦੇ ਨੇ ਉਹਨਾਂ ਦੇ ਨੇੜੇ ਤੇੜੇ ਵੀ ਨਾ ਜਾਓ, ਕਿਉਂਕਿ ਕਿਸੇ ਵੀ ਵਕਤ ਭਾਰੀ ਬਾੜ ਦੀ ਆਸ਼ੰਕਾ ਹੈ। ਜੀ ਠੀਕ ਹੈ ਤੇਜਿੰਦਰ, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਦਰਸ਼ਕਾਂ ਨੂੰ ਜੰਮੂ ਕਸ਼ਮੀਰ ਦੇ, ਜਿੱਥੇ ਕਿ ਬੱਦਲ ਫਟਿਆ ਤੇ ਬੱਦਲ ਫਟਣ ਤੋਂ ਬਾਅਦ 'ਚ ਕਿਵੇਂ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ, ਇਸ ਕਰਕੇ ਘਰਾਂ 'ਚੋਂ ਲੋਕ ਬਾਹਰ ਨਾ ਨਿਕਲਣ, ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਲਗਾਤਾਰ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰ ਰਿਹਾ। ਉੱਥੇ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਚੰਬਾ ਤੋਂ ਅਜਿਹੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਹਿਮਾਚਲ ਦੇ ਚੰਬਾ ਦੇ ਵਿੱਚ ਹੀ ਬੱਦਲ ਫਟਿਆ ਹੈ। ਭਰਮੌਰ ਇਲਾਕੇ ਦੇ ਵਿੱਚ 2 ਜਗ੍ਹਾ ਬੱਦਲ ਫਟਣ ਦੀ ਖਬਰ ਹੈ ਨਾਲੇ ਦੇ ਵਿੱਚ, ਜਿਸ ਤੋਂ ਬਾਅਦ 'ਚ ਪੂਰੀ ਤਰ੍ਹਾਂ ਸੈਲਾਬ ਆ ਗਿਆ ਤੇ ਸੈਲਾਬ ਦੇ ਨਾਲ ਕਈ ਥਾਈਂ ਭਾਰੀ ਨੁਕਸਾਨ ਵੀ ਹੋਇਆ। ਅਗਲੇ ਹੁਕਮਾਂ ਤੱਕ ਮਣੀ ਮਹੇਸ਼ ਯਾਤਰਾ ਵੀ ਜਿਹੜੀ ਆ ਰੋਕ ਦਿੱਤੀ ਗਈ ਹੈ। ਵੀ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਹਿਮਾਚਲ ਦੇ ਚੰਬਾ ਦੀਆਂ। ਚੰਬਾ ਦੇ ਵਿੱਚ ਵੀ ਜੰਮੂ ਕਸ਼ਮੀਰ ਵਰਗੇ ਹਾਲਾਤ ਬਣੇ ਹੋਏ ਨੇ, ਜਿੱਥੇ ਬੱਦਲ ਫਟਿਆ 2 ਜਗ੍ਹਾਵਾਂ ਤੇ 2 ਜਗ੍ਹਾਵਾਂ ਤੇ ਬੱਦਲ ਫਟਣ ਤੋਂ ਬਾਅਦ 'ਚ ਕਿਵੇਂ ਹੜ੍ਹਾਂ ਵਰਗੀ ਸਥਿਤੀ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਪੂਰੀ ਪੈਦਾ ਹੋ ਗਈ ਹੈ। ਨਾਲੇ ਦੇ ਵਿੱਚ ਸੈਲਾਬ ਆ ਚੁੱਕਾ ਹੈ। ਸੈਲਾਬ ਦੇ ਨਾਲ ਕਈ ਥਾਈਂ ਜਿਹੜਾ ਭਾਰੀ ਨੁਕਸਾਨ ਦੀ ਵੀ ਖਬਰ ਹੈ, ਭਾਰੀ ਨੁਕਸਾਨ ਵੀ ਹੋਇਆ ਹੈ। ਅਗਲੇ ਹੁਕਮਾਂ ਤੱਕ ਮਣੀ ਮਹੇਸ਼ ਜਿਹੜੀ ਯਾਤਰਾ ਵੀ ਪ੍ਰਸ਼ਾਸਨ ਦੇ ਵੱਲੋਂ ਰੋਕ ਦਿੱਤੀ ਗਈ ਹੈ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਜੇਕਰ ਯਾਤਰਾ ਜਾਰੀ ਰਹਿੰਦੀ ਹੈ ਤੇ ਇਸ ਨਾਲ ਆਮ ਲੋਕ ਇਸ ਦੀ ਲਪੇਟ ਦੇ ਵਿੱਚ ਆ ਸਕਦੇ ਨੇ। ਇਸੇ ਕਰਕੇ ਅਹਿਤਿਆਤ ਦੇ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਹਿਮਾਚਲ ਦੇ ਚੰਬਾ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ, ਜਿਵੇਂ ਪਹਿਲਾਂ ਜੰਮੂ ਕਸ਼ਮੀਰ ਦੀਆਂ ਤਸਵੀਰਾਂ ਵਿਖਾਈਆਂ, ਉੱਥੇ ਬੱਦਲ ਫਟਿਆ ਤੇ ਹੁਣ ਹਿਮਾਚਲ ਦੇ ਚੰਬਾ ਦੇ ਭਰਮੌਰ ਇਲਾਕੇ ਦੇ ਵਿੱਚ 2 ਜਗ੍ਹਾ ਬੱਦਲ ਫਟਿਆ ਤੇ ਬੱਦਲ ਫਟਣ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਨੇ, ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਸਾਡੇ सहयोगी हेम ठाकुर जुड़े हुए ने। हेम, ताजा क्या जानकारी है, क्या कुछ अभी तक प्रशासन की तरफ से कहा गया है, कैसा नुकसान हुआ है? जी परविंदर, देखिए सुबह 2 जगह पर जो विधानसभा क्षेत्र डलहौजी भरमौर है, जनजातीय क्षेत्र, वहां पर 2 जगह पर बादल फटा था। एक होली का जो त्यारी जगह है, वहां पे त्यारी पुल के पास ओई नाला है, वहां पर काफी भयंकर वहां पे जो था पानी का सैलाब वहां देखने को मिला। और हैरानी की बात यहाँ इतना ज्यादा पानी था कि वहां पर रावी नदी का जो बहाव था, उस नाले ने उस रावी नदी के बहाव को भी रोक दिया। करीब 1.25 घंटे तक वहां पर जो है पानी रुका रहा। और दूसरी जो सटली नाला है, जो भरमौर हरसल मार्ग पर सटली नाला है, वहां पर भी जो बादल फटा था, वहां पर भी बड़ी भयंकर जो दृश्य थे वो पानी के देखने को मिले थे। हालांकि इस जो बादल फटने के से नुकसान, कोई जानी नुकसान नहीं हुआ है, लेकिन लोगों के जो घराट वगैरह से जो आटा चक्की के जो घराट थे उनको नुकसान पहुंचा है।
फिलहाल जी। जो चंबा से जो मणिमहेश यात्रा है उसे रोक दिया गया है, क्योंकि अभी से लोगों ने वहां पर मणिमहेश जाना शुरू कर दिया है और प्रशासन द्वारा जो है मणिमहेश यात्रा पर रोक लगा दी गई है। अगले जो भी उनके जो आदेश जी। होंगे तब तक के लिए जो मणिमहेश यात्रा को रोक दिया गया है। ਹਾਂ ਠੀਕ ਹੈ हम पूरी जानकारी ਤੁਹਾਡਾ ਬਹੁਤ ਬਹੁਤ ਧੰਨਵਾਦ। ਹਿਮਾਚਲ ਦੇ ਚੰਬਾ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਭਰਮੌਰ ਇਲਾਕੇ ਦੇ ਵਿੱਚ ਦੋ ਜਗ੍ਹਾ ਬੱਦਲ ਫਟਿਆ ਲਾ ਕੇ ਬਚਾਅ ਦੀ ਗੱਲ ਹੈ। ਕਿਸ ਤਰ੍ਹਾਂ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਨਾਲੇ ਦੇ ਵਿੱਚ ਹਾਲਾਂਕਿ ਉਸ ਤੋਂ ਬਾਅਦ ਸੈਲਾਬ ਆ ਗਿਆ। ਸੈਲਾਬ ਵਰਗੇ ਜਿਹੜੇ ਹੜ੍ਹਾਂ ਵਰਗੇ ਹਾਲਾਤ ਜਿਹੜੇ ਸਾਫ਼ ਤੌਰ ਤੇ ਇਹਨਾਂ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ। ਸੋ ਪ੍ਰਸ਼ਾਸਨ ਦੇ ਵੱਲੋਂ ਇਹਤਿਆਤ ਦੇ ਤੌਰ ਤੇ ਅਗਲੇ ਹੁਕਮਾਂ ਤੱਕ ਮਣੀ ਮਹੇਸ਼ ਯਾਤਰਾ ਵੀ ਰੋਕ ਦਿੱਤੀ ਗਈ ਹੈ। उधर शिमला की गल की जाए तो शिमला के भी बारिश ने भारी तबाही मचाई हुई है। शिमला के चौपाल इलाके के सैलाब के कई वाहन तक रुड़ गए हैं। स्थानक प्रशासन राहत बचाव के कार्य के लगातार जुटिया हुआ। तुहानूं तस्वीरां विखा रहे हैं कुल्लू दियां ते शिमला दियां। लगातार तेज़ मीह पै रहा, लगातार जी बारिश हो रही है। बारिश तो बाद हालात किस तरह के बने हुए हैं, किवें आम लोगों के लिए भी कितना किते बारिश है जी आसमानी आफत है वो मुसीबत बनी हुई है। तुहानूं असीं शिमला दी तस्वीरां विखा रहे हैं, कुल्लू दी तस्वीरां विखा रहे हैं। शिमला दे विच बारिश ने भारी तबाही मचाई है। शिमला के चौपाल इलाके के सैलाब के कई वाहन तक रुड़ गया। स्थानक प्रशासन राहत बचाव के कार्य के लगातार जुटिया है। तो अजिहे हालात कुल्लू के ही बने हुए हैं। तबाही का मंजर कुल्लू के साफ तौर पर वेख्या जा सकता है। पंजाब च भारतीय जनता पार्टी 2022 च मैनीफेस्टो जारी करती है और मैं प्रधानमंत्री जी को यह सवाल करना चाहना कि जरा संकल्प पत्र के नाम से 2022 च पंजाब बीजेपी वालों हरदीप पुरी जी ਜਿਹੜੇ देश के प्रधानमंत्री जी के कैबिनेट के साथी हैं वो जो संकल्प पत्र जारी करते तो ਉਹਦੇ ਚ ਕਹਿੰਦੇ ਆ कि 300 यूनिट फ्री बिजली देवांगे, बेरोजगारी भत्ता देवांगे, महिलावां नूं 1000 रुपया जिहड़ा आ उन्हां नूं वजीफा देवांगे। और ये पूरा एक डिटेल च कई तरह दी गल्लां इन्हां ने कीतियां। ते दूजे पासे प्रधानमंत्री जी कह रहे हैं कि ये सारे लोग खासकर आम आदमी पार्टी नूं टारगेट करके कि ये फ्री दियां रेहड़ियां वंड रहे हैं। ये दोगला ते दोहरा किरदार किहदा है? यूपी च बीजेपी के मुख्यमंत्री योगी आदित्यनाथ कहते हैं भी मैं 60 साल तो उपर के महिलावां लई बसां दा सफर फ्री कर देना है। ते जे अरविंद केजरीवाल जी ने दिल्ली च फ्री करता तो प्रधानमंत्री जी नूं मिर्चां क्यों लगदियां? क्यों प्रधानमंत्री जी आम साधारण लोगों के बच्चे जे फ्री च पढ़ना चाहते हैं, जिहड़ियां सरकारां दा फर्ज है, जिहड़ियां अपने कोलों ला के उन्होंने स्कूलों ਨੂੰ दुरुस्त किया। ऐदा ही बहुत सारे हॉस्पिटलों ਦੇ ਵਿੱਚ मेरे हल्के ਦੇ ਵਿੱਚ भी बहुत सारे लोग आके ਮੈਨੂੰ ਮਿਲੇ कि ਅਸੀਂ ਦਾਨ ਦੇਣਾ ਚਾਹੁੰਦੇ ਹਾਂ। ਤਾਂ ਪਬਲਿਕ ਪਾਰਟਿਸਿਪੇਸ਼ਨ ਪਹਿਲੀ ਵਾਰੀ ਚੰਗੀ ਗੱਲ ਹੈ। ਤੇ ਮੈਨੂੰ ਲੱਗਦਾ ਹੈ ਜਿਹੜਾ ਟਰਸਟ ਗਠਨ ਹੋਇਆ ਮਾਨ ਸਾਹਿਬ ਦੇ ਦੇਖਰੇਖ ਦੇ ਹੇਠ ਤੇ ਇਸ ਟਰਸਟ ਦੇ ਉੱਤੇ ਪੰਜਾਬੀ ਆਪਣਾ ਟਰਸਟ ਦਿਖਾਉਣਗੇ ਤੇ ਸਾਡੇ ਸਕੂਲ ਤੇ ਸਾਡੇ ਮੁਹੱਲਾ ਕਲੀਨਿਕ ਬਹੁਤ ਸ਼ਾਨਦਾਰ ਬਣਨਗੇ। ਇਸ ਤੋਂ ਇਲਾਵਾ ਜੀ ਹੋਰ ਵੀ ਬਹੁਤ ਸਾਰੇ ਫੈਸਲੇ ਹੋਏ ਆ। 23 ਕੈਦੀਆਂ ਨੂੰ ਹਰ ਕੈਬਨਿਟ ਦੇ ਵਿੱਚ ਅਸੀਂ ਕੈਦੀਆਂ ਦੀ ਰਿਹਾਈ ਦੇ ਉੱਤੇ ਪਿਛਲੀ ਕੈਬਨਿਟ ਦੇ ਵਿੱਚ ਵੀ 15 ਅਗਸਤ ਤੇ ਛੱਡੇ ਸੀ। 23 ਹੋਰ ਕੈਦੀ ਜਿਹੜੇ ਆ 15 ਅਗਸਤ ਦੇ ਉੱਤੇ ਉਹਨਾਂ ਨੂੰ ਰਿਮਿਸ਼ਨ ਦੇ ਕੇ ਉਹਨਾਂ ਨੂੰ ਮਾਨ ਸਰਕਾਰ ਛੱਡਣ ਜਾ ਰਹੀ ਹੈ ਜੀ। ਟੋਟਲ 23 ਅੱਜ ਦੀ ਕੈਬਨਿਟ 23 ਹੋਇਆ ਜੀ। ਪਿਛਲੀ ਵਾਰੀ 100 ਸੀ ਤੇ ਹਰ ਵਾਰੀ ਅਲੱਗ-ਅਲੱਗ ਸੰਖਿਆ ਹੁੰਦੀ ਹੈ ਜੀ। ਤੇ ਇਸ ਤੋਂ ਇਲਾਵਾ ਜੀ ਜਿਵੇਂ ਸਾਡਾ ਇਹ ਪੋਲ ਪ੍ਰੋਮਿਸ ਵੀ ਸੀ ਤੇ ਖੁਦ ਮੇਰਾ ਵੀ ਇੱਕ ਪੁਰਜ਼ੋਰ ਕੋਸ਼ਿਸ਼ ਹੈ ਕਿ ਅਸੀਂ ਮਾਈਨਿੰਗ ਜਿਹੜਾ ਇੰਡਸਟਰੀ ਹੈ ਉਸ ਨੂੰ ਸਾਫ਼ ਸੁਥਰਾ ਬਣਾਉਣਾ ਤੇ ਜਿੰਨੀ ਮਾਈਨਿੰਗ ਇੰਡਸਟਰੀ ਸਾਫ਼ ਸੁਥਰੀ ਬਣੂਗੀ ਉਨਾ ਮਾਫੀਆ ਦਾ ਖਾਤਮਾ ਆਪਣੇ ਆਪ ਹੁੰਦਾ ਜਾਊਗਾ। ਪਿੱਛੇ ਜੇ ਵੀ ਤੁਹਾਡੇ ਆਪ ਸਭ ਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਇਸ ਵਾਰੀ ਅਸੀਂ 2.5 ਗੁਣਾ ਵੱਧ ਲੀਗਲ ਮਾਈਨਿੰਗ ਕੀਤੀ ਹੈ। ਲੋਕ ਪੁੱਛਦੇ ਆ ਕਿ ਅੱਛਾ ਜੀ ਫਿਰ ਰੇਟ ਕਿਉਂ ਨਹੀਂ ਘੱਟ ਆਏ? ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਇਲੀਗਲ ਮਾਈਨਿੰਗ ਦੀ ਸੰਖਿਆ ਬਹੁਤ ਜ਼ਿਆਦਾ ਸੀ। ਪਿਛਲੇ ਸਾਲ ਸਰਕਾਰੀ ਐਵਰੇਜ 25 ਤੋਂ 40,000 ਮੈਟ੍ਰਿਕ ਟਨ ਦੇ ਵਿੱਚ ਹੁੰਦੀ ਸੀ। ਅਸੀਂ ਲਗਾਤਾਰ 2 ਮਹੀਨੇ ਕੇ ਲਈ ਹੁਣ ਬਰਸਾਤਾਂ 1.5 ਮਹੀਨੇ ਤੋਂ ਮਾਈਨਿੰਗ ਬੰਦ ਹੈ ਪਰ 1 ਲੱਖ ਮੈਟ੍ਰਿਕ ਟਨ ਸਾਡੀ ਐਵਰੇਜ ਸੀਗੀ ਵਿਚ ਇਜ਼ ਮੋਰ ਦੈਨ 2.5 ਟਾਈਮਸ। ਇਸ ਦੇ ਇਲਾਵਾ ਬਹੁਤ ਸਾਰੇ ਸਸਪੈਂਸ਼ਨਸ, ਬਹੁਤ ਸਾਰੇ FIRs ਤੇ ਹੋਰ ਵੀ ਬਹੁਤ ਸਾਰੇ ਮੇਜਰਸ ਹੈ। ਪਰ ਅੱਜ ਇੱਕ ਨਵੀਂ ਪਾਲਿਸੀ ਤੇ ਇੱਕ ਅਮੈਂਡਮੈਂਟ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ 20 ਸਾਲਾਂ ਤੋਂ ਬਾਅਦ ਕਿ ਇੱਕ DSR ਹੋ ਰਿਹਾ, ਡਿਸਟ੍ਰਿਕਟ ਸਰਵੇ ਰਿਪੋਰਟ।
DSR ਬਹੁਤ ਜ਼ਰੂਰੀ ਹੁੰਦੀ ਹੈ ਅਗਰ ਕਿਸੇ ਸਟੇਟ ਨੇ ਮਾਈਨਿੰਗ ਕਰਨੀ ਹੈ, ਪਰ ਸਾਡੀ ਸਮਝ ਤੋਂ ਬਾਹਰ ਹੈ ਕਿ ਪਿਛਲੀਆਂ ਸਰਕਾਰਾਂ ਨੇ ਕਰਾਈਆਂ ਕਿਉਂ ਨਹੀਂ। DSR ਮਤਲਬ ਹੁੰਦਾ ਡਿਸਟ੍ਰਿਕਟ ਸਰਵੇ ਰਿਪੋਰਟ ਹਰ ਜ਼ਿਲ੍ਹੇ ਦੀ ਹੋਊਗੀ, ਉਹਦੇ ਵਿੱਚ ਪ੍ਰੀ ਮੌਨਸੂਨ ਤੇ ਪੋਸਟ ਮੌਨਸੂਨ ਡਾਟਾ ਲਿਆ ਜਾਂਦਾ ਹੈ। ਥਰਡ ਪਾਰਟੀ ਤੋਂ ਕਰਵਾ ਰਹੇ ਹਾਂ, ਇੰਡੀਪੈਂਡੈਂਟ ਤੇ ਬੈਸਟ, ਉਹ ਦੱਸਣਗੇ DSR ਤੋਂ ਬਾਅਦ ਪਤਾ ਲੱਗ ਜਾਊਗਾ ਕਿ ਪੰਜਾਬ ਦੇ ਕਿਹੜੇ-ਕਿਹੜੇ ਹਿੱਸਿਆਂ 'ਚ ਮਾਈਨਿੰਗ ਹੋ ਸਕਦੀ ਜਿਸ ਦੇ ਨਾਲ ਵਾਤਾਵਰਣ ਨੂੰ ਕੋਈ ਵੀ ਨੁਕਸਾਨ ਨਾ ਮਿਲੇ। ਤੇ ਜਦੋਂ DSR ਹੋਈ ਹੋਊਗੀ ਤਾਂ ਇਨਵਾਇਰਨਮੈਂਟਲ ਕਲੀਅਰੈਂਸ ਉਸੇ ਵਕਤ ਮਿਲਣਗੇ, ਕੋਈ NGT ਕੋਈ CIA ਕੋਈ ਪੰਜਾਬ ਦੀ ਮਾਈਨਿੰਗ ਤੇ ਸਵਾਲ ਨਹੀਂ ਚੁੱਕੂਗਾ। ਇਹ ਇੱਕ ਬਹੁਤ ਵੱਡਾ ਸਾਡੀ ਸਰਕਾਰ ਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ। ਦੂਜੀ ਗੱਲ ਜੀ, ਰੇਤਾ ਤੇ ਬਜਰੀ 70% ਸਪਲਾਈ ਆਮ ਲੋਕਾਂ ਨੂੰ ਜਿਹੜੀ ਰੇਤੇ ਤੇ ਬਜਰੀ ਦੀ ਹੁੰਦੀ ਹੈ ਉਹ ਕ੍ਰਸ਼ਰਾਂ ਤੋਂ ਹੁੰਦੀ ਹੈ, ਤੇ ਕ੍ਰਸ਼ਰਾਂ ਦੇ ਉੱਤੇ ਅੱਜ ਤੱਕ ਹੈਰਾਨੀ ਨਾਲ ਕੋਈ ਪਾਲਿਸੀ ਬਣੀ ਨਹੀਂ ਸੀ ਜੀ। ਕੋਈ ਵੀ ਤਾਕਤਵਰ ਵਿਅਕਤੀ ਹੋਵੇ ਜਿਸ ਦੀ ਸਰਕਾਰੀ ਦਰਬਾਰੇ ਪਹੁੰਚ ਹੋਵੇ, ਫਲਾਣੇ ਦਾ ਭਤੀਜਾ ਹੈ, ਫਲਾਣੇ ਦਾ ਜਵਾਈ ਹੈ, ਫਲਾਣੇ ਦਾ ਮੁੰਡਾ ਹੈ, ਉੱਥੇ ਲੱਗਾ, ਉਹ ਚੱਕ ਕੇ ਕ੍ਰਸ਼ਰ ਲਾ ਸਕਦਾ ਸੀ ਤੇ ਕ੍ਰਸ਼ਰ ਦੇ ਨਾਲ ਜਿਹੜੀ ਮਰਜ਼ੀ ਜ਼ਮੀਨ ਪੁੱਟ ਸਕਦਾ ਸੀ। 10,000 ਰੁਪਇਆ ਇੱਕ ਕ੍ਰਸ਼ਰ ਦੀ ਰਜਿਸਟ੍ਰੇਸ਼ਨ ਫੀਸ ਸੀ ਬਸ, ਤੇ ਤੁਸੀਂ ਜੋ ਮਰਜ਼ੀ ਕਰ ਸਕਦੇ ਸੀ। ਬਹੁਤ ਸਾਰੇ ਕ੍ਰਸ਼ਰ ਵਾਲੇ ਹਾਲ ਹੀ ਦੇ ਵਿੱਚ ਸਾਨੂੰ ਆ ਕੇ ਮਿਲੇ, ਸਰਕਾਰੀ ਮੀਟਿੰਗਾਂ ਵੀ ਲਈਆਂ ਸੀ, ਤੇ ਬਹੁਤ ਸਾਰੇ ਕ੍ਰਸ਼ਰ ਵਾਲੇ ਇਮਾਨਦਾਰ ਵੀ ਨੇ। ਇੱਕ ਤਾਂ ਮਾਫੀਆ ਹੋ ਗਿਆ, ਪਰ ਕਿਸ਼ ਇੰਡਸਟਰੀ ਵੀ ਹੈ, ਕਿਉਂਕਿ ਇੱਕ ਇੰਡਸਟਰੀ ਹੈ। ਉਹ ਆ ਕੇ ਕਹਿੰਦੇ ਸੀ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਾਂ, ਪਰ ਸਾਨੂੰ ਇੱਕ ਤਰੀਕੇ ਨਾਲ ਚੋਰ ਬਣਾ ਦਿੱਤਾ ਗਿਆ। ਜਦੋਂ ਮਰਜ਼ੀ ਕੋਈ ਵੀ ਪੁਲਿਸ ਵਾਲਾ ਆ ਜਾਂਦਾ, ਕੋਈ ਵੀ ਆ ਜਾਂਦਾ, ਤੇ ਸਾਡੇ ਤੋਂ ਗੁੰਡਾ ਪਰਚੀ, ਜਿਹਨੂੰ ਆਪਾਂ ਆਮ ਸੁਣਦੇ ਸੀ, ਉਹ ਕ੍ਰਸ਼ਰ ਵਾਲਿਆਂ ਤੋਂ ਗੁੰਡਾ ਪਰਚੀ ਵਸੂਲੀ ਜਾਂਦੀ ਸੀ। ਤਾਂ ਇੱਕ ਪਹਿਲੀ ਵਾਰੀ ਹੋ ਰਿਹਾ ਕਿ ਅਸੀਂ ਇਸ ਵਾਰੀ ਕ੍ਰਸ਼ਰ ਪਾਲਿਸੀ ਲੈ ਕੇ ਆਏ ਹਾਂ, ਜੋ ਅੱਜ ਪੰਜਾਬ ਦੀ ਕੈਬਨਿਟ ਨੇ ਅਪਰੂਵ ਕਰ ਦਿੱਤੀ ਹੈ। ਕ੍ਰਸ਼ਰ ਪਾਲਿਸੀ ਦੇ ਜੋ ਮੁੱਖ ਬਿੰਦੂ ਹੋਣਗੇ ਉਹ ਇਹ ਹੈ ਜੀ, ਇੱਕ ਤਾਂ ਕ੍ਰਸ਼ਰ ਵਾਲੇ ਖੁਦ ਆਪਣੀ ਜ਼ਮੀਨ 5 ਹੈਕਟੇਅਰ ਦੇ ਹਿਸਾਬ ਦੇ ਨਾਲ ਲੈ ਸਕਦੇ ਆ, ਲੀਜ਼ ਤੇ ਲੈ ਸਕਦੇ ਆ ਜੀ, ਜਾਂ 5 ਹੈਕਟੇਅਰ ਜਾਂ 5 ਹੈਕਟੇਅਰ ਦੇ ਮਲਟੀਪਲ। ਇਹ ਪਹਿਲੀ ਵਾਰੀ ਹੋ ਰਿਹਾ। ਇਸ ਦਾ ਮਤਲਬ ਇਹ ਹੋਊਗਾ, ਤੇ ਜ਼ਰੂਰੀ ਨਹੀਂ ਅਗਰ ਕੋਈ ਕ੍ਰਸ਼ਰ ਵਾਲਾ ਲੈਣ ਵਾਲਾ ਚਾਵੇ ਤਾਂ ਉਹ ਲੈ ਸਕਦਾ। ਇਸ ਦਾ ਮਤਲਬ ਇਹ ਹੈ ਕਿ ਉਹਨੂੰ ਠੇਕੇਦਾਰ ਦੇ ਉੱਤੇ ਨਿਰਭਰ ਨਹੀਂ ਰਹਿਣਾ ਪਊਗਾ। ਦੂਜੀ ਗੱਲ ਜੀ, ਜਿਹੜਾ ਉਹਦੇ ਵਿੱਚ ਮੇਨ ਕੀਤਾ ਗਿਆ, ਇੱਕ ਕਿਉਂਕਿ ਕ੍ਰਸ਼ਰ ਸਾਡੇ ਵਾਤਾਵਰਣ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੇ ਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਡੂੰਘੇ ਹੋਏ ਆ, ਪਹਾੜਾਂ ਦੇ ਉੱਤੇ ਬਹੁਤ ਕੁਝ ਹੋਇਆ। ਤਾਂ ਪਿਛਲੇ ਸਮੇਂ ਦੇ ਵਿੱਚ ਇਲੀਗਲ ਮਾਈਨਿੰਗ ਕਰਕੇ ਵਾਤਾਵਰਣ ਦੇ ਉੱਤੇ ਬਹੁਤ ਕੁਝ ਹੋਇਆ। ਤਾਂ ਅਸੀਂ ਇੱਕ ਨਵਾਂ ਫੰਡ ਪ੍ਰਪੋਜ਼ ਕੀਤਾ, ਹਰ ਕ੍ਰਸ਼ਰ ਵਾਲੇ ਨੂੰ 1 ਰੁਪਿਆ ਕਿਊਬਿਕ ਫਿਟ। ਹੁਣ ਤੱਕ ਕ੍ਰਸ਼ਰ ਵਾਲਾ ਸਿਰਫ 10,000 ਰੁਪਏ ਦਿੰਦਾ ਸੀ, ਉਸ ਤੋਂ ਇਲਾਵਾ ਸਿਰਫ ਪੈਸੇ ਬਹੁਤ ਦਿੰਦਾ ਸੀ। ਹਰ ਕਿਸੇ ਨੂੰ ਮਹੀਨਾ ਜਾਂਦਾ ਸੀਗਾ, ਗੁੰਡਾ ਪਰਚੀ ਜਾਂਦੀ ਸੀ, ਪਰ ਸਰਕਾਰ ਦੇ ਖਾਤੇ ਸਿਰਫ 10,000 ਰੁਪਏ ਇੱਕ ਵਾਰੀ, ਹੋਰ ਸਰਕਾਰ ਨੂੰ ਕੁਝ ਨਹੀਂ ਮਿਲਦਾ ਸੀ। ਤਾਂ 1 ਰੁਪਿਆ ਕਿਊਬਿਕ ਫਿਟ ਇਨਵਾਇਰਨਮੈਂਟ ਫੰਡ ਅਸੀਂ ਇੰਪੋਜ਼ ਕੀਤਾ, ਜਿਸ ਦੇ ਨਾਲ ਸਿਰਫ ਕ੍ਰਸ਼ਰਸ ਤੋਂ ਸਾਨੂੰ ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੀ ਆਵਾਮ ਨੂੰ, ਪੰਜਾਬ ਦੇ ਜਨਤਾ ਨੂੰ 225 ਕਰੋੜ ਰੁਪਏ ਆਊਗਾ, 1 ਰੁਪਿਆ ਕਿਊਬਿਕ ਫਿਟ। ਤੇ ਇਸ ਪੈਸੇ ਦੀ ਜਿਹੜੀ ਵਰਤੋਂ ਹੈ ਉਹ ਜਿੱਥੇ ਬਾਕੀ ਵਿਕਾਸ ਦੇ ਕੰਮਾਂ ਲਈ, ਲੋਕ ਭਲਾਈ ਦੇ ਕੰਮਾਂ ਲਈ ਹੋਗੀ, ਉੱਥੇ ਉਹਦੇ 'ਚ ਕੁਝ ਪੈਸਾ ਵਾਤਾਵਰਣ ਦੀ ਸਟੱਡੀ ਕਰਨ ਦੇ ਲਈ, ਪਾਣੀ ਕਿਉਂ ਡੂੰਘੇ ਹੋਏ, ਇਹਨਾਂ ਚੀਜ਼ਾਂ ਦੇ ਉੱਤੇ ਖਰਚ ਹੋਊਗਾ। ਤੇ ਇੱਕ ਹੋਰ ਜਿਹੜਾ ਪ੍ਰਪੋਜ਼ਲ ਕਰ ਦਿੱਤਾ ਗਿਆ ਉਹ ਹੈ, ਜਿਹੜੀ ਜ਼ਮੀਨ ਹੈ ਉਹ 3 ਸਾਲ ਲਈ ਹੋਊਗੀ, 1 ਸਾਲ ਲਈ ਹੋਰ ਰੀਨਿਊ ਹੋ ਸਕਦੀ ਹੈ, ਪਰ ਜਦੋਂ ਉੱਥੇ ਮਾਈਨਿੰਗ ਹੋਗੀ ਤਾਂ ਉਸ ਕ੍ਰਸ਼ਰ ਵਾਲੇ ਦੀ ਰਿਸਪੌਂਸਿਬਿਲਿਟੀ ਹੋਊਗੀ ਉਸ ਨੂੰ ਸਾਰੀ ਨੂੰ ਪਲਾਂਟੇਸ਼ਨ ਕਰਨਾ, ਤਾਂ ਕਿ ਆਪਣਾ ਵਾਤਾਵਰਣ ਠੀਕ ਹੋਵੇ। ਅਗਰ ਉੱਥੇ ਨਹੀਂ ਤਾਂ 19 ਬਰਾਬਰ ਜ਼ਮੀਨ ਕਿਤੇ ਹੋਰ ਹੋ, ਪਲਾਂਟੇਸ਼ਨ ਇਜ਼ ਮਸਟ। ਇਸ ਤੋਂ ਇਲਾਵਾ ਜੀ, ਜਿਹੜੀ ਰਜਿਸਟ੍ਰੇਸ਼ਨ ਫੀਸ 10,000 ਸੀਗਾ, 10,000 ਸੀ, ਉਹਨੂੰ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਗਿਆ। ਤੇ ਇਸ ਤੋਂ ਇਲਾਵਾ 3 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਇਆ, 3 ਲੱਖ ਤੋਂ ਲੈ ਕੇ 5 ਲੱਖ ਰੁਪਇਆ ਇੱਕ ਕ੍ਰਸ਼ਰ ਵਾਲੇ ਨੂੰ ਸਿਕਿਉਰਿਟੀ ਡਿਪੈਂਡਿੰਗ ਅਪਨ ਇਟਸ ਸਾਈਜ਼ ਐਂਡ ਕੈਪੈਸਿਟੀ, ਉਸ ਨੂੰ ਸਿਕਿਉਰਿਟੀ ਪੰਜਾਬ ਸਰਕਾਰ ਤੇ ਮਾਈਨਿੰਗ ਵਿਭਾਗ ਕੋਲ ਦੇਣੀ ਪਊਗੀ, ਤਾਂ ਕਿ ਅਗਰ ਉਹ ਕੱਲ ਨੂੰ ਕੋਈ ਵੀ ਗਲਤ ਕੰਮ ਕਰਦਾ ਤਾਂ ਅਸੀਂ ਉਸ ਦੀ ਸਿਕਿਉਰਿਟੀ ਜ਼ਬਤ ਕਰੀਏ। ਕ੍ਰਸ਼ਰ ਵਾਲੇ ਉੱਤੇ ਕੋਈ ਦੇਖ ਰੇਖ ਨਹੀਂ ਸੀ। ਕ੍ਰਸ਼ਰ ਵਾਲੇ ਹਰ ਕ੍ਰਸ਼ਰ ਦੇ ਉੱਤੇ ਵੇ ਬ੍ਰਿਜ ਕ੍ਰਸ਼ਰ ਵਾਲੇ ਲਾਣਗੇ ਜੀ। ਉਹ ਜਿਹੜਾ ਵੇ ਬ੍ਰਿਜ, ਉਹ ਜਿਹੜਾ ਕੰਢਾ ਹੈ, ਉਹ ਪੰਜਾਬ ਸਰਕਾਰ ਮਾਈਨਿੰਗ ਵਿਭਾਗ ਦੇ ਪੋਰਟਲ ਦੇ ਨਾਲ ਡਾਇਰੈਕਟਲੀ ਲਿੰਕਡ ਹੋਊਗਾ। ਹਰ ਕ੍ਰਸ਼ਰ ਵਾਲੇ ਨੂੰ ਹਰ ਮਹੀਨੇ, ਜਿਵੇਂ ਆਪਾਂ ਬਾਕੀ ਜ਼ਿਆਦਾ ਰਿਟਰਨਸ ਜਾਂਦੀਆਂ, ਰਿਟਰਨਸ ਭਰਨੀਆਂ ਪੈਣਗੀਆਂ। ਜਿੰਨਾ ਮਾਲ ਆਇਆ ਉਹਨੂੰ ਦੱਸਣਾ ਪਊਗਾ ਕਿੱਥੋਂ ਆਇਆ ਸੀ, ਰॉ ਮਟੀਰੀਅਲ ਉਹਦੇ ਆਪਣੀ ਸਾਈਟ ਸੀ, ਠੇਕੇਦਾਰ ਤੋਂ ਲਿਆ, ਕਿਸੇ ਹੋਰ ਸਟੇਟ ਤੋਂ ਲਿਆ, ਤੇ ਕਿੰਨੇ ਦੀ ਰਿਟਰਨ ਭਰੀ ਹੈ। ਇਲੈਕਟ੍ਰਿਸਿਟੀ ਮੀਟਰ ਦੇ ਨਾਲ ਉਸ ਦਾ ਅਸੀਂ ਚੈੱਕ ਕਰਾਂਗੇ। ਅਗਰ ਇਨਪੁਟ ਘੱਟ ਹੈ ਤੇ ਆਊਟਪੁੱਟ ਜ਼ਿਆਦਾ ਹੈ ਤਾਂ ਉਸ ਦੀ ਉਹਨੂੰ ਜਿਹੜੇ ਹੈ ਪੈਨਲਟੀ ਮਾਈਨਿੰਗ ਵਿਭਾਗ ਨੂੰ ਦੇਣੇ ਪੈਣੇ। ਇਹ ਸਾਰੇ ਮੇਜਰਸ ਦੇ ਨਾਲ ਜਿਹੜਾ ਹੈ ਲੋਕਾਂ ਨੂੰ, ਕਿ ਹਜੇ ਵੀ ਬਾਰ-ਬਾਰ ਮੇਜਰਸ ਲੈਣ ਤੋਂ ਬਹੁਤ ਮਹਿੰਗਾ ਰੇਤਾ ਬਜਰੀ ਮਿਲ ਰਿਹਾ ਸੀ, ਲੋਕਾਂ ਨੂੰ ਕਾਫੀ ਕਿਫਾਇਤੀ ਰੇਟ ਦੇ ਉੱਤੇ ਰੇਤਾ ਤੇ ਬਜਰੀ ਮਿਲੂਗੀ।
ਇਸ ਤੋਂ ਇਲਾਵਾ ਜਿਹੜੀ ਐਗਜ਼ਿਸਟਿੰਗ ਮਾਈਨਿੰਗ ਪਾਲਿਸੀ ਚੱਲ ਰਹੀ ਹੈ ਉਸ ਮਾਈਨਿੰਗ ਪਾਲਿਸੀ ਦੇ ਵਿੱਚ ਕੁਝ ਚੇਂਜਸ ਕੀਤੇ ਗਏ ਆ। ਇੱਕ ਤਾਂ ਜਿਹੜਾ ਸਭ ਤੋਂ ਵੱਡਾ ਮੈਨੂੰ ਲੱਗਦਾ ਹੈ ਚੇਂਜ ਜੋ ਕੀਤਾ ਗਿਆ ਉਹ ਸੀਗਾ, ਜੋ ਦਿੱਕਤ ਬਤੌਰ ਮਾਈਨਿੰਗ ਮੰਤਰੀ ਮੈਨੂੰ ਦੇਖਣ ਨੂੰ ਆ ਰਹੀ ਸੀ ਕਿ ਕਹਿੰਦੇ ਪਿਛਲੀ ਸਰਕਾਰ ਜਾਂਦੇ ਦੋ ਕੰਮ ਕਰ ਗਈ ਜਿਹੜੇ ਕਹਿਣ ਨੂੰ ਤਾਂ ਬਹੁਤ ਵੱਡੇ ਲੋਕ ਪੱਖੀ ਸੀਗੇ ਜੀ, ਬੋਰਡ ਲਾ ਦਿੱਤੇ, ਬੜੀ ਇਸ਼ਤਿਹਾਰਬਾਜ਼ੀ ਹੋਈ, ਪਰ ਜ਼ਮੀਨ ਤੇ ਕੁਝ ਨਹੀਂ ਹੋਇਆ, ਉਲਟਾ ਨੁਕਸਾਨ ਹੋਇਆ। ਇੱਕ ਕੰਮ ਇਹ ਸੀ, ਕਹਿੰਦੇ ਜੀ 9 ਰੁਪਏ ਤੋਂ ਜਿਹੜਾ ਹੈ ਰੇਤਾ 5.5 ਰੁਪਏ ਫਿੱਟ ਕਰਤਾ। 5.5 ਰੁਪਏ ਕਿਸੇ ਨੂੰ ਵੀ ਕਦੇ ਵੀ ਰੇਤਾ ਮਿਲਿਆ ਹੀ ਨਹੀਂ। ਹੋਇਆ ਕੀ ਜੀ, ਜਦੋਂ ਅਸੀਂ ਫਾਈਲਾਂ ਦੇਖੀਆਂ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। 9 ਰੁਪਏ ਚੋਂ 5.5 ਰੁਪਏ ਕਰਨ ਦੇ ਲਈ ਪੰਜਾਬ ਸਰਕਾਰ ਦੀ ਰਾਇਲਟੀ ਜੋ ਪਹਿਲਾਂ 2 ਰੁਪਏ 40 ਪੈਸੇ ਸੀ ਉਹ ਘਟਾ ਕੇ 70 ਪੈਸੇ ਕਰਤੀ। ਠੇਕੇਦਾਰਾਂ ਦਾ ਮਾਰਜਨ ਥੋੜਾ ਜਿਹਾ ਘਟਾਇਆ, ਸਿਰਫ ਜਾਨੀ ਜਿਹੜਾ 3.5 ਰੁਪਏ ਘਟਾਏ ਉਹਦੇ ਵਿੱਚੋਂ 2.5 ਰੁਪਏ ਪੰਜਾਬ ਸਰਕਾਰ ਦੇ ਘਟਾ ਦਿੱਤੇ, ਪੰਜਾਬ ਰੈਵਨਿਊ ਘਟਾ ਦਿੱਤਾ। ਇਸ ਕਰਕੇ ਅੱਛਾ ਫਾਇਦਾ ਕਿਹਨੂੰ ਪਹੁੰਚਾਇਆ? ਠੇਕੇਦਾਰਾਂ ਨੂੰ। ਲੋਕਾਂ ਨੂੰ ਤਾਂ ਵੀ ਰੇਤਾ ਮਹਿੰਗੇ ਰੇਟ ਤੇ ਮਿਲਿਆ, ਕਿਸੇ ਨੂੰ ਵੀ 5.5 ਰੁਪਏ ਨਾ ਅੱਜ ਮਿਲ ਰਿਹਾ, ਜਿਹੜੇ ਠੇਕੇਦਾਰ ਇਦਾਂ ਦੇ ਕਰਪਸ਼ਨ ਕਰ ਰਹੇ ਆ। ਇਸ ਕਰਕੇ ਹੁਣ ਜਿਹੜਾ ਦੁਬਾਰਾ ਜਿਹੜਾ ਰੇਟ ਹੈ ਉਹ 9 ਰੁਪਏ ਕਿਊਬਿਕ ਫਿਟ ਕਰ ਦਿੱਤਾ ਗਿਆ ਹੈ ਜੀ। ਪੰਜਾਬ ਸਰਕਾਰ ਦੀ ਰਾਇਲਟੀ 2 ਰੁਪਏ 40 ਪੈਸੇ ਜੋ ਨਵੰਬਰ ਤੋਂ ਪਹਿਲਾਂ ਸੀ, ਤੇ ਤਾਂ ਕਿ ਹੁਣ ਉਹ 9 ਰੁਪਏ ਹੀ ਮਿਲੇ, ਅਗਰ ਕਿਸੇ ਨੇ ਸਿਰਫ ਰੇਤਾ ਲੈਣਾ 9 ਰੁਪਏ ਹੀ ਮਿਲੇ। ਉਸ ਦੇ ਵਿੱਚ ਇੱਕ ਨਵਾਂ ਚੇਂਜ ਕੀਤਾ ਗਿਆ ਕਿ ਹੁਣ ਉੱਥੇ ਠੇਕੇਦਾਰ ਦੇ ਬੰਦੇ ਨਹੀਂ ਬੈਠਣਗੇ, ਉੱਥੇ ਮਾਈਨਿੰਗ ਵਿਭਾਗ ਆਪਣੇ ਅਧਿਕਾਰੀ ਬਿਠਾਊਗਾ ਤੇ ਉਹ ਪੈਸੇ ਕਲੈਕਟ ਕਰਨਗੇ, ਤੇ ਜੋ ਠੇਕੇਦਾਰ ਦਾ ਹਿੱਸਾ ਹੋਊਗਾ ਉਹ ਠੇਕੇਦਾਰ ਨੂੰ, ਜੋ ਜ਼ਮੀਨ ਮਾਲਿਕ ਦਾ ਹਿੱਸਾ ਹੋਊਗਾ ਉਹ ਜ਼ਮੀਨ ਦੇ ਮਾਲਿਕ ਨੂੰ, ਤੇ ਜੋ ਪੰਜਾਬ ਸਰਕਾਰ ਦਾ ਅਸੀਂ ਰੱਖ ਲਾਂਗੇ, ਤਾਂ ਕਿ ਉਸ ਜਿਹੜੀ ਸਾਈਟਾਂ ਨੇ ਉੱਥੇ ਵਾਕਈ 9 ਰੁਪਏ ਦੇ ਫੁੱਟ ਦੇ ਹਿਸਾਬ ਨਾਲ ਰੇਤਾ ਮਿਲ ਸਕੇ। ਇਹ ਇੱਕ ਬਹੁਤ ਵੱਡਾ ਚੇਂਜ ਹੈ। ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਕਹਿੰਦੇ ਜੀ ਮਿੱਟੀ ਮੁਫਤ ਕਰਤੀ। ਇੰਨਾ ਵੱਡਾ ਧੋਖਾ ਪੰਜਾਬ ਦੇ ਨਾਲ, ਕਹਿਣ ਨੂੰ ਤੁਸੀਂ 2 ਕਿੱਲੇ ਦੇ ਵਿੱਚ 3 ਫੁੱਟ ਤੱਕ ਮਿੱਟੀ ਮੁਫਤ ਚੱਕ ਸਕਦੇ ਹੋ। ਉਹ ਜਿਹੜਾ ਨੋਟੀਫਿਕੇਸ਼ਨ ਸੀਗਾ ਉਸ ਨੋਟੀਫਿਕੇਸ਼ਨ 'ਚ ਇਹ ਲਿਖਿਆ ਗਿਆ ਕਿ ਮਿੱਟੀ ਮੁਫਤ ਕਰਤੀ, ਪਰ ਇੱਕ ਚੀਜ਼ ਲਿਖਤੀ ਕਿ ਅਗਰ ਤਾਂ ਹੈ 3 ਫੁੱਟ ਤੇ 2 ਆਪਣਾ 3 ਫੁੱਟ ਤੇ 2 ਕਿੱਲਾ ਜੇ ਤੁਸੀਂ ਮੈਨੂਅਲ ਕਰਦੇ ਹੋ। ਹੁਣ ਇਹ ਦੱਸੋ ਜੀ, ਕੋਈ ਬੰਦਾ ਅਗਰ ਕਿਸੇ ਨੇ ਟਿੱਪਰ ਭਰਨਾ, ਉਹ ਮਿੱਟੀ ਮੈਨੂਅਲ ਕਹੀਆਂ ਨਾਲ ਅੱਜ ਦੇ ਹਾਲਾਤਾਂ 'ਚ ਕਿਵੇਂ ਪੋਸੀਬਲ ਹੈ? ਉਸ ਦੇ ਨਾਲ ਕੀ ਹੋਇਆ, ਅਗਰ ਕੋਈ ਗਰੀਬ ਸਾਡਾ ਜ਼ਿਮੀਂਦਾਰ ਆਮ ਘਰ ਦਾ ਅਗਰ ਉਹ ਜਾਂਦਾ ਸੀ ਮਿੱਟੀ ਚੱਕਣ, ਤਾਂ ਉੱਥੇ ਮੀਡੀਆ ਦੇ ਸਾਥੀ ਪਹੁੰਚ ਜਾਂਦੇ ਸੀ, ਕਿਉਂਕਿ ਤੁਸੀਂ ਆਪਣੀ ਜਗ੍ਹਾ ਸਹੀ ਹੋ, ਤੁਸੀਂ ਕਿਹਾ ਜੀ ਨੋਟੀਫਿਕੇਸ਼ਨ ਤਾਂ ਮੈਨੂਅਲ ਲਿਖਿਆ, ਤੇ ਅਗਰ ਉਹ ਜੀਸੀਬੀ ਨਾਲ ਆਪਣੇ ਘਰ ਦੇ ਲਈ ਭਰਦਾ ਸੀ ਆਪਣੀ ਟਰਾਲੀ ਤੇ ਉਹ ਮੀਡੀਆ ਖਬਰ ਚਲਾਉਂਦਾ ਸੀ, ਪੁਲਿਸ ਪਰਚਾ ਦੇ ਦਿੰਦੀ ਸੀ। ਬਹੁਤ ਸਾਰੇ ਨਜਾਇਜ਼ ਬੰਦੇ, ਤੁਸੀਂ ਵੀ ਕਿਹਾ ਕਿ ਕਈ ਵਾਰੀ ਜੇ ਉਹ ਪਰਚੇ ਜਿਹੜੇ ਹੋ ਗਏ, ਅਸੀਂ ਉਹ ਬਦਲਾਵ ਕਰਤਾ। ਅਗਰ ਕਿਸੇ ਨੇ ਵੀ ਆਪਣੇ ਘਰ ਦੇ ਭਰਤ ਲਈ ਮਿੱਟੀ ਚਾਹੀਦੀ ਹੈ ਤਾਂ ਉਹ ਜੀਸੀਬੀ ਜਾਂ ਮਸ਼ੀਨਸ ਕੈਨ ਬੀ ਯੂਜ਼ਡ, ਉਹਦੇ 'ਤੇ ਕੋਈ ਪੈਸਾ 1 ਰੁਪਏ ਦੀ ਫੀਸ ਨਹੀਂ ਲੱਗੂਗੀ। ਸਿਰਫ ਇੱਕ ਚੀਜ਼ ਹੈ, ਕਿਉਂਕਿ ਇਹ ਨਾ ਹੋਵੇ ਕਿ ਮਿੱਟੀ ਦੀ ਆੜ 'ਚ ਇਲੀਗਲ ਮਾਈਨਿੰਗ ਸ਼ੁਰੂ ਹੋ ਜਾਵੇ, ਉਹਨੂੰ ਪਰਮਿਸ਼ਨ ਲੈਣੀ ਪੈਣੀ ਹੈ। ਪਰਮਿਸ਼ਨ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਸੌਖਾ ਕਰ ਦਾਂਗੇ, ਕਿਉਂਕਿ ਅਸੀਂ ਪ੍ਰਪੋਜ਼ਲ ਲਿਖਿਆ ਸੀ ਤਾਂ ਮਾਨ ਸਾਹਿਬ ਕਹਿੰਦੇ ਨੂੰ ਹੋਰ ਸੌਖਾ ਕਰੋ, ਤਾਂ ਕਿ ਲੋਕ ਬਿਲਕੁਲ ਸੌਖਾ ਕਰ ਦਿਓ। ਸਾਡੇ ਮੁੱਖ ਮੰਤਰੀ ਸਾਹਿਬ ਦਾ ਨਿਰਦੇਸ਼ ਹੈ, ਤਾਂ ਉੱਤੇ ਮਾਈਨਿੰਗ ਵਿਭਾਗ ਆਪਣਾ ਕੰਮ ਕਰਕੇ 2-3 ਦਿਨ 'ਚ ਹੀ, ਅਗਰ ਕਿਸੇ ਨੇ ਵੀ ਆਪਣੇ ਘਰ ਦੇ ਲਈ, ਆਪਣੇ ਮਕਾਨ ਦੇ ਲਈ ਭਰਤ ਪਾਣੀ ਮਿੱਟੀ ਲੈਣੀ ਹੈ ਤਾਂ ਉਹਨੂੰ ਜੀਸੀਬੀ ਨਾਲ ਉਹਨੂੰ ਕੋਈ ਰੋਕ ਨਹੀਂ, ਬਸ ਉਹਨੂੰ ਇੱਕ ਸਿੰਪਲ ਜੀ ਪਰਮਿਸ਼ਨ ਬਿਨਾਂ ਕਿਸੇ ਫੀਸ ਤੋਂ ਸਾਡੇ ਤੋਂ ਲੈਣੀ ਹੋਊਗੀ, ਉਹ ਦੱਸ ਦਾਂਗੇ ਜੀ। ਤੇ ਇਹ ਕੁਝ ਜਿਹੜੇ ਲੋਕ ਪੱਖੀ ਚੇਂਜਸ ਕੀਤੇ ਗਏ ਆ। ਉਹ ਨਹੀਂ ਜੀ 3 ਫੁੱਟ ਤੇ 2 ਮੈਨੂਅਲ ਤੋਂ ਕਰਤਾ, ਕਿਉਂਕਿ ਪਹਿਲਾਂ ਸ਼ਰਾਰਤ ਸੀ ਮੈਨੂਅਲ। ਈਟੀਟੀ ਜਿਹੜੇ ਟੀਚਰਸ ਨੇ ਜਿਹੜਾ ਐਗਜ਼ਾਮੀਨੇਸ਼ਨ ਹੁੰਦਾ ਇਸ ਦੇ ਉੱਪਰ ਏਜ ਰਿਲੈਕਸੇਸ਼ਨ ਦੀ ਵੀ ਗੱਲ ਸਾਹਮਣੇ ਆ ਰਹੀ ਸੀ, ਉਹਦੇ ਉੱਤੇ ਕੋਈ ਚਰਚਾ ਹੋਈ? ਉੱਤੇ ਵੀ ਚਰਚਾ ਹੋਈ ਜੀ, ਬਹੁਤ ਕੁਝ ਕਰਾਂਗੇ। ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਿੱਖਿਆ ਵਿਭਾਗ ਦੇ ਵਿੱਚ ਨਵੀਂ ਭਰਤੀਆਂ ਤੇ ਬਹੁਤ ਸਾਰੇ ਚੇਂਜਸ ਹੋ ਰਹੇ ਕੁਝ ਲੀਗਲ ਉਹਦੇ ਵਿੱਚ ਵੀ ਅੜਚਨਾਂ ਨੇ ਕਰਾਂਗੇ, ਜੋ ਵੀ ਉਹਦੇ 'ਚ ਕਾਫੀ ਡਿਸਕਸ਼ਨ ਹੋਈ ਹੈ ਦੂਰ ਕਰਾਂਗੇ, ਉਹਨਾਂ ਨੂੰ ਮਿਲਾਂਗੇ, ਸਾਥੀਆਂ ਨੂੰ ਦੂਰ ਕਰਾਂਗੇ। ਜਿਹੜਾ ਕਨੈਕਸ਼ਨ ਦਾ ਰੇਟ ਹੈ ਇਸ ਟਾਈਮ ਟਿੱਪਰ ਹੈ 14000 ਰੁਪਏ ਦਾ, ਇਸ ਟਾਈਮ ਵਿਕਦਾ 14 ਦਾ, ਕਿਉਂਕਿ ਸਰਕਾਰ ਆਉਣ ਤੋਂ ਪਹਿਲਾਂ 7000 ਦਾ ਸੀ। ਇਹਦੇ ਬਾਰੇ ਤੁਸੀਂ ਕੀ ਕਰੋਗੇ? 7000 ਦਾ ਟਿੱਪਰ ਕਿੱਥੇ ਮਿਲਦਾ ਸੀ ਜੀ? ਪਹਿਲਾਂ ਨਹੀਂ, ਮੇਰੀ ਗੱਲ ਮੈਨੂੰ ਦਿਖਾ ਦਿਓ, ਤੁਸੀਂ ਕਿਸੇ ਨੇ ਲਿਆ ਹੋਵੇ ਦਿਖਾ ਦਿਓ ਜੀ, ਕੋਈ ਇੱਕ ਵੀ ਦਿਖਾ ਦਿਓ। 7000 ਦਾ ਜੀ ਕਿੱਥੋਂ ਲਿਆ ਸੀ? ਅਸਲੀਅਤ ਜਾ ਰਿਹਾ ਜਿਹੜਾ ਅੱਜ ਮੈਂ 14 ਕਿਹਾ ਸਾਰਾ ਮੀਡੀਆ ਸੁਣ ਰਿਹਾ 7000 ਦਾ। ਮੈਂ ਕਿਹਾ ਜੀ ਮੀਡੀਆ ਤੇ ਮੈਂ ਤਾਂ ਫੀਲਡ 'ਚ ਜਾਣਾ ਨਹੀਂ, 5.5 ਰੁਪਏ ਦੇ ਹਿਸਾਬ ਨਾਲ ਵੀ ਨਹੀਂ 7000 ਬਣਦਾ ਜੀ। ਕਿਉਂ ਜੀ? ਟਿੱਪਰ ਮੈਂ ਹੁਣ 14000 ਦਾ ਮੈਂ ਲਿਆ ਜੀ। ਕਿੱਥੇ ਲਿਆ ਜੀ ਤੁਸੀਂ? ਹੈ ਜੀ ਕਿੱਥੋਂ ਲਿਆ ਜੀ? ਤੁਹਾਡੇ ਰੋਪੜ ਤੋਂ ਕਿੱਥੇ ਤੜਕੇ ਮੰਗਵਾਇਆ? 4 ਵਜੇ ਸੁਣ ਲਓ, ਤੜਕੇ 4 ਵਜੇ ਤੋਂ ਲੈ ਕੇ 2 ਤੋਂ 4 ਵਜੇ ਤੱਕ ਜਿਹੜੇ ਨਜਾਇਜ਼ ਟਿੱਪਰ ਹੈ ਅੱਜ ਤੱਕ ਤੁਸੀਂ ਰੋਕ ਨਹੀਂ ਸਕੇ। ਨਹੀਂ, ਅਸੀਂ ਪੂਰੀ ਦੇਖੋ ਜੀ, ਇੱਕ ਮੈਂ ਹੋਰ ਇਹਦੇ 'ਚ ਜਿਹੜੀ ਨਹੀਂ ਬਹੁਤ ਵਧੀਆ ਮੁੱਦਾ ਚੱਕਿਆ ਕਿ ਅੱਧੀ ਰਾਤ ਨੂੰ ਮਾਈਨਿੰਗ ਹੁੰਦੀ ਹੈ,
ਕਿਉਂਕਿ ਅਸੀਂ ਰੋਪੜ ਤੇ ਪਠਾਨਕੋਟ ਦੋ ਇਦਾਂ ਦੀਆਂ ਬੈਲਟਾਂ ਨੇ ਜਿੱਥੇ ਵਾਕਈ ਬਹੁਤ ਜ਼ਿਆਦਾ ਜਿਹਨੂੰ ਕਹਿ ਸਕਦੇ ਮਾਈਨਿੰਗ ਦੀ ਇਲੀਗਲ ਮਾਈਨਿੰਗ ਦੀ ਕੈਪੀਟਲ ਹੈ। ਉਹਦੇ ਲਈ ਜਿਵੇਂ ਦੱਸ ਰਹੇ ਆ ਅਸੀਂ ਹੁਣ ਨਿਰਦੇਸ਼ ਦੇ ਦਿੱਤੇ ਆ ਕਿ ਰਾਤ ਨੂੰ ਪੁਲਿਸ ਆਪਣੀਆਂ ਯਾਨੀ ਗੱਡੀਆਂ ਦੇ ਉੱਤੇ ਸਰਚ ਲਾਈਟਾਂ ਲਾ ਕੇ ਕਿਉਂਕਿ ਸਾਡੇ ਕੋਲ ਦੋਨੋਂ ਚੈਲੰਜਸ ਨੇ। ਬਤੌਰ ਮਾਈਨਿੰਗ ਮੰਤਰੀ ਮੇਰੇ ਕੋਲ ਦੋਨੋਂ ਚੈਲੰਜਸ ਨੇ। ਇੱਕ ਚੈਲੰਜ ਇਹ ਹੈ ਕਿ ਮੈਨੂੰ ਇਲੀਗਲ ਮਾਈਨਿੰਗ ਬੰਦ ਕਰਨੀ ਹੈ ਕਿਉਂਕਿ ਅਸੀਂ ਇਲੀਗਲ ਮਾਈਨਿੰਗ ਬਰਦਾਸ਼ਤ ਨਹੀਂ ਕਰ ਸਕਦੇ। ਦੂਜਾ ਚੈਲੰਜ ਇਹ ਹੈ ਕਿ ਹਾਂ ਲੋਕਾਂ ਨੂੰ ਰੇਤਾ ਬਜਰੀ ਵੀ ਦੇਣਾ। ਟਰਾਂਸਪੋਰਟ ਦਾ ਇੱਕ ਬਹੁਤ ਸਾਰਾ ਵੱਡਾ ਕਿਉਂਕਿ ਉਹ ਟਿੱਪਰ ਵਾਲੇ ਆ ਕੇ ਉਹ ਆਪਣਾ ਧਰਨਾ ਲਾ ਕੇ ਬਹਿ ਜਾਂਦੇ ਕਿ ਸਾਡਾ ਕੰਮ ਵੀ ਉਹ ਵੀ ਸਹੀ ਹੈ ਕਿਉਂਕਿ ਇੱਕ ਟਿੱਪਰ ਬਹੁਤ ਮਹਿੰਗਾ ਆ ਗਿਆ ਅੱਜ ਕੱਲ੍ਹ, ਉਹਦੀ 1.5 ਲੱਖ ਰੁਪਇਆ ਕਿਸ਼ਤ ਹੈ। ਉਹ ਆਪਣੀ ਜਗ੍ਹਾ ਉਹ ਵੀ ਇੱਕ ਰੋਜ਼ਗਾਰ ਦਾ ਸਾਧਨ ਹੈ, ਉਹਨਾਂ ਦਾ ਧਿਆਨ ਵੀ ਰੱਖਣਾ। ਇਲੀਗਲ ਮਾਈਨਿੰਗ ਬਿਲਕੁਲ ਨਹੀਂ ਚੱਲਣ ਦੇਣੀ। ਤੀਜੀ ਗੱਲ ਜਿਹੜੀ ਹੈ ਜੀ ਆ ਜਿਹੜਾ ਤੁਹਾਨੂੰ ਲੋਕਾਂ ਨੂੰ ਰੇਤਾ ਬਜਰੀ ਸਸਤਾ ਮਿਲਣਾ, ਇਹਦੇ ਲਈ ਜਿੱਥੇ ਵੀ ਜਦੋਂ ਵੀ ਕੋਈ ਵੀ ਖਬਰ ਆਉਂਦੀ ਅਸੀਂ ਓਪਨ ਹੈ। ਦੇਖੋ ਕਿਸੇ ਨਾਲ ਕੋਈ ਭਾਈ ਭਤੀਜਾਵਾਦ ਨਹੀਂ, ਕੋਈ ਕਿਸੇ ਦਾ MLA ਦਾ ਬੰਦਾ ਨਹੀਂ। ਜਦੋਂ ਵੀ ਕਦੀ ਤੇ ਤੁਹਾਨੂੰ ਹੁਣ ਵੀ ਸਾਡੇ ਤੁਸੀਂ ਸਾਥ ਦਿਓ, ਜਿੱਥੇ ਕਿਤੇ ਵੀ ਇਲੀਗਲ ਮਾਈਨਿੰਗ ਦੀ ਖਬਰ ਮੀਡੀਆ ਨੂੰ ਪਤਾ ਲੱਗਦੀ ਹੈ ਅਸੀਂ ਉਹਦੇ ਤੇ ਫੌਰਨ ਐਕਸ਼ਨ ਲਵਾਂਗੇ ਤੇ ਲਿਆ ਵੀ। ਹਾਂਜੀ ਤੁਸੀਂ ਕੀ ਕਹਿ ਰਹੇ ਹੋ ਲੋਕਾਂ ਨੂੰ ਰੇਟ ਮਿਲੂਗਾ? ਮੈਂ ਤੁਹਾਨੂੰ ਇਹ ਦੱਸ ਰਿਹਾ ਜੀ, ਦੇਖੋ ਜੇ ਤਾਂ ਤੁਸੀਂ ਰੇਤਾ ਲੈਣਾ, ਮੈਂ ਦੱਸ ਪਿੱਟ ਹੈਡ ਤੋਂ ਲੈਣਾ ਤਾਂ 9 ਰੁਪਏ ਫਿੱਟ ਤੇ ਮਿਲੂਗਾ ਤੁਹਾਨੂੰ। ਉਸ ਤੋਂ ਉਹਦੀ ਟਰਾਂਸਪੋਰਟੇਸ਼ਨ ਕਾਸਟ ਹੈ, ਉਹ ਜਿੱਥੇ ਉਹ ਜਿਵੇਂ ਨਹੀਂ ਕਿਹਾ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਖੱਡ ਤੋਂ ਲੈਣਾ ਤੇ ਕਿੱਥੇ ਪਹੁੰਚ ਕਰਨੀ ਹੈ। ਤਾਂ ਸਿੰਪਲ ਉਹ ਟਰਾਂਸਪੋਰਟੇਸ਼ਨ ਕਾਸਟ ਐਡ ਹੋ ਜਾਊਗੀ। ਅਸੀਂ ਇਹਦੇ 'ਚ ਇਹ ਵੀ ਕੀਤਾ ਜੀ, ਅਸੀਂ ਬਜਰੀ ਦਾ ਵੀ MRP ਫਿਕਸ ਕਰਤਾ ਜੋ ਅੱਜ ਤੱਕ ਕਦੀ ਫਿਕਸ ਨਹੀਂ ਹੋਇਆ ਸੀ। ਕ੍ਰਸ਼ਰ ਵਾਲਿਆਂ ਨੂੰ ਕਹਿਤਾ ਕਿ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ 20 ਰੁਪਏ ਤੋਂ ਉੱਤੇ ਬਜਰੀ ਪ੍ਰੋਸੈਸਡ ਮਟੀਰੀਅਲ ਯੂਜ਼ ਕਰ ਰਹੇ। 2-3 ਤਰ੍ਹਾਂ ਦਾ ਪ੍ਰੋਸੈਸਡ ਮਟੀਰੀਅਲ ਹੁੰਦਾ, 17.5 ਰੁਪਏ ਤੇ 20 ਰੁਪਏ, ਇਸ ਤੋਂ ਬਾਅਦ ਤੁਸੀਂ ਰੇਟ ਨਹੀਂ ਵੇਚ ਸਕਦੇ। ਉਹ ਪ੍ਰੋਸੈਸ ਉਹਦੇ 'ਚ ਉਹਨਾਂ ਦੀ ਸਾਰੀ ਕਾਸਟ ਲਾ ਕੇ ਤਾਂ ਹੁਣ ਕ੍ਰਸ਼ਰ ਵਾਲਿਆਂ 'ਚ ਵੀ ਕੰਪੀਟੀਸ਼ਨ ਹੋਊਗਾ, ਕੋਈ 20 ਵੇਚੂਗਾ, ਕੋਈ 19, ਕੋਈ 18, ਕੋਈ 16, ਜਿਵੇਂ ਉਹਦੀ ਇਹਦੇ ਨਾਲ, ਤਾਂ ਕਿ ਕੰਪੀਟੀਸ਼ਨ ਆਵੇ, ਹੈਲਦੀ ਕੰਪੀਟੀਸ਼ਨ ਆਵੇ ਤੇ ਲੋਕਾਂ ਨੂੰ ਰੇਟ ਸਸਤਾ ਮਿਲੇ। ਕਿਉਂਕਿ ਇੱਥੇ ਪਿੱਟ ਹੈਡ ਤੋਂ ਤਾਂ ਸਿਰਫ ਰੇਤਾ ਨਿਕਲਦਾ ਪਰ ਰੇਤਾ ਨਹੀਂ ਯੂਜ਼ ਹੁੰਦਾ, ਬਜਰੀ ਚਾਹੀਦੀ ਹੁੰਦੀ ਹੈ। ਬਜਰੀ ਵੀ ਕਈ ਕਿਸਮਾਂ ਦੀ ਹੈ, ਰੇਤਾ ਕਈ ਕਿਸਮਾਂ ਦਾ, ਉਹ ਸਾਰਾ ਸਮਾਨ ਉਹਦੇ ਲਈ ਕੋਈ ਪਾਲਿਸੀ ਨਹੀਂ ਸੀਗੀ। ਸਰ ਇੱਕ ਬੜਾ ਵੈਲਿਡ ਪੁਆਇੰਟ ਹੈਗਾ ਕਿਉਂਕਿ ਜੋ ਸਜ਼ਾਵਾਂ ਹੈਗੀਆਂ ਨੇ ਇਸ ਵਿੱਚ ਉਹ ਬਹੁਤ ਘੱਟ ਹੈਗੀਆਂ। ਨੋਟਿਸ ਬਹੁਤ ਕੱਢਣੇ ਪੈਂਦੇ ਡਿਪਾਰਟਮੈਂਟ ਨੂੰ, ਆਹ ਨੋਟਿਸ ਕੱਢਣਾ ਪੈਂਦਾ, ਕਾਫੀ ਨੋਟਿਸ ਤੋਂ ਬਾਅਦ ਵੀ ਕੋਈ ਬਹੁਤ ਜ਼ਿਆਦਾ ਸਖਤ ਸਜ਼ਾਵਾਂ ਨਹੀਂ ਕੀ ਇਹਦੇ ਚ ਅਸੀਂ ਉਹਦੇ ਤੇ ਵੀ ਚੇਂਜਸ ਕਰ ਰਹੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ। ਉਹ ਵੀ ਤੇ ਅਲੋਂਗ ਵਿਦ ਸਜ਼ਾ ਹੈਵੀ ਪੈਨਲਟੀ ਦੀ ਵੀ ਕਿ ਸਜ਼ਾ ਵੀ ਹੋਵੇ ਕਿਉਂਕਿ ਸਜ਼ਾ ਦੇ ਨਾਲ ਕਿ ਪਰਚਾ ਹੋ ਜਾਂਦਾ ਜੀ। ਪਰਚੇ ਤੋਂ ਬਾਅਦ ਪਰਚੇ ਦੇ ਵਿੱਚ ਤਾਂ ਡਰਾਈਵਰ ਰਗੜਿਆ ਜਾਂਦਾ ਜੀ, ਪਰ ਜਿਹੜਾ ਮਾਫੀਆ ਉਹ ਬੈਠਾ ਰਹਿੰਦਾ। ਤਾਂ ਇਹਦੇ ਵਿੱਚ ਹੈਵੀ ਉਹਦੀ ਸਾਡੀ ਅਗਲੀ ਜਿਹੜੀ ਇਹੀ ਹੈ ਕੋਸ਼ਿਸ਼ ਕਿ ਇਹਦੇ ਤੇ ਵੀ ਹੋਈ ਹੈ ਤੇ ਕਰ ਰਹੇ ਹਾਂ। ਵਿਭਾਗ ਇਹਦੇ ਤੇ ਲਗਾਤਾਰ ਕੰਮ ਕਰ ਰਿਹਾ ਕਿਉਂਕਿ ਪਿਛਲੇ ਤੁਹਾਨੂੰ ਮੈਂ ਦੱਸਿਆ ਕਿ ਸਾਨੂੰ ਪਹਿਲਾਂ ਇਹਨੂੰ ਸਮਝਣ ਨੂੰ, ਫਿਰ DSR ਕਰਾਉਣ ਨੂੰ, ਫਿਰ ਆਪਣੀ ਕੁਆਂਟੀਟੀ ਕਿਉਂਕਿ ਇੱਕਦਮ ਆ ਕੇ ਸਾਨੂੰ ਇਹ ਵੀ ਸੀਗਾ ਕਿ ਅਸੀਂ ਲੋਕਾਂ ਨੂੰ ਡਿਵੈਲਪਮੈਂਟ ਪੰਜਾਬ ਦੇ ਵਿੱਚ ਬਹੁਤ ਸਾਰੀ ਸੜਕਾਂ, ਬਹੁਤ ਸਾਰੇ ਹਸਪਤਾਲ, ਸਕੂਲ, ਕਾਲਜ, ਲੋਕਾਂ ਦੇ ਪ੍ਰਾਈਵੇਟ ਘਰ ਬਣ ਰਹੇ ਆ, ਉਹ ਸਾਰਾ ਕੰਮ ਰੁਕ ਜਾਣਾ ਸੀ ਜੇ ਅਸੀਂ ਇੱਕਦਮ ਬੰਦ ਕਰ ਦਿੰਦੇ। ਉਹ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਸੁਧਾਰ। ਕਿਸੇ ਨਾਲ ਕੋਈ ਵੈਰ ਨਹੀਂ ਪਰ